ਰੰਗ ਰਾਤੇ ਸੁਹਾਵਾ ਕਰੇ ਸਰੇ ਸਜੋ ਜੋਤੀ ਰੇ ਰੰਗ ਰਾਤੇ ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਬਨ ਕਬਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂੰ, ਤੂੰ ਠਾਕੁਰ ਊਂਚ ਭਗਵਾਨਾ। ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹਿਲਾ ਨੋਵਾ। ਮਨ ਰੇ ਗਹਿਓ ਨ ਗੁਰ ਉਪਦੇਸ਼, ਕਹਾਂ ਪਇਓ ਜੋ ਮੂੰਡ ਮੁੰਡਾਇਓ, ਭਗਬੋ ਕੀਨੋ ਬੇਸ ਰਹਾਓ। ਸਾਚ ਛਾੜ ਕੇ ਝੂਠੈ ਲਾਗਿਓ, ਜਨਮ ਅਕਾਰਥ ਖੋਇਓ। ਕਰ ਪਰ ਪੰਚ ਉਦਰ ਨਿਜ ਭੋਖਿਓ, ਪਸ ਕੀ ਨਿਆਈ ਸੋਇਓ। ਰਾਮ ਭਜਨ ਕੀ ਗਤ ਨਹੀਂ ਜਾਨੀ, ਮਾਇਆ ਹਾਥ ਬਿਕਾਨਾ। ਉਰਜ ਰਹਿਓ ਬਿਖੀਅਨ ਸੰਗ ਬੋਰਾ, ਰਾਮ ਰਤਨ ਬਿਸਰਾਨਾ। ਰਹਿਓ ਅਚੇਤ ਨ ਚੇਤੋ ਗੋਬਿੰਦ, ਬਿਰਥਾ ਔਧ ਸਿਰਾਨੀ। ਰਹਿਓ ਅਚੇਤ ਨਾ ਚੇਤਿਓ ਗੋਬਿੰਦ, ਬਿਰਥਾ ਔਧ ਸਿਰਾਨੀ। ਕਹੋ ਨਾਨਕ ਹਰ ਬਿਰਦ ਪਛਾਨੋ, ਭੂਲੇ ਸਦਾ ਪਰਾਨੀ। ਕਹੋ ਨਾਨਕ ਹਰ ਬਿਰਦ ਪਛਾਨੋ, ਭੂਲੇ ਸਦਾ ਪਰਾਨੀ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਇਹ ਸਮਾਂ ਸਾਨੂੰ ਪ੍ਰਾਪਤ ਹੋਇਆ। ਘਰੋਂ ਘਰੀ ਬੈਠ ਕੇ ਇੱਕ ਬਾਣੀ ਚੈਨਲ ਦੇ ਰਾਹੀਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੀ ਗਾਥਾ, ਜੋ 400 ਸਾਲਾ ਉਹਨਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਸਮਾਗਮਾਂ ਦੀ ਲੜੀ ਚੱਲ ਰਹੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਅਤੇ ਉਹਨਾਂ ਦੇ ਉਪਦੇਸ਼ ਜੋ ਲਗਾਤਾਰ ਲੜੀਵਾਰ ਆਪ ਨਾਲ ਸਾਂਝੇ ਕੀਤੇ ਜਾ ਰਹੇ ਨੇ। ਸੋ ਆਓ ਅੱਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਅਗਲਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਗੁਰਬਾਣੀ ਦੇ ਰਾਹੀਂ, ਉਸ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾ ਕੇ ਫਿਰ ਵਿਚਾਰਾਂ ਨਾਲ ਜੁੜਦੇ ਹਾਂ। ਸੋ ਇੱਕੇ ਵਾਰ ਕਹਿਣ 'ਤੇ ਦਿਓ ਅਸੀਸ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਲਗਾਤਾਰ ਆਪਾਂ ਜੀਵਨ ਅਤੇ ਉਹਨਾਂ ਵੱਲੋਂ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਜੋ ਗੁਰਬਾਣੀ ਦੇ ਵਿੱਚ ਉਹਨਾਂ ਨੇ ਸਾਨੂੰ ਬਖਸ਼ਿਸ਼ ਕੀਤੇ ਹਨ, ਉਹਨਾਂ ਨਾਲ ਸਾਂਝ ਪਾ ਰਹੇ ਹਾਂ। ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਨੂੰ ਕੁਝ ਹੱਦ ਤੱਕ ਦੇਖਣ ਦਾ ਯਤਨ ਕੀਤਾ ਸੀ ਪਿਛਲੇ ਲਗਾਤਾਰ 3 ਦੀਵਾਨਾਂ ਦੇ ਵਿੱਚ। ਉਸ ਤੋਂ ਉਪਰੰਤ ਸਤਿਗੁਰੂ ਜੀ ਦਾ ਜੀਵਨ ਅਤੇ ਜੋ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਉਸ ਰੱਬ ਪਰਮਾਤਮਾ ਪਰਮੇਸ਼ਵਰ ਦੀ ਵਿਆਪਕਤਾ, ਮਨੁੱਖੀ ਜੀਵਨ ਦਾ ਮਨੋਰਥ
ਅਤੇ ਇਸ ਸੰਸਾਰ ਦੀ ਜੋ ਨਾਸ਼ਵਾਨਤਾ ਦੀ ਗੱਲ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਰਾਹੀਂ ਸਾਡੇ ਨਾਲ ਸਾਂਝੀ ਕੀਤੀ ਹੈ। ਅੱਜ ਦੇ ਇਸ ਦੀਵਾਨ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਜੋ ਅਗਲੀ ਸਾਨੂੰ ਪ੍ਰੇਰਨਾ ਦਿੰਦੇ ਨੇ ਗੁਰਬਾਣੀ ਦੇ ਰਾਹੀਂ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਕਿ ਇਹ ਜਿਹੜਾ ਮਨ ਹੈ ਭੇਖਾਂ ਵਿੱਚ ਫਸਿਆ ਹੋਇਆ ਹੈ। ਇਹ ਜਿਹੜਾ ਮਨ, ਇਹ ਜਿਹੜਾ ਮਨੁੱਖ ਦੇ ਜੀਵਨ ਦੇ ਜੋ ਕਰਮ ਹਨ ਉਹ ਕਰਮ ਕਾਂਡਾਂ ਵਿੱਚ ਫਸੇ ਹੋਏ ਹਨ। ਅਸਲ ਦੇ ਵਿੱਚ ਜੋ ਮਕਸਦ ਮਨੁੱਖੀ ਜੀਵਨ ਦੇ ਮਨੋਰਥ ਦਾ ਸੀ, ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਬਖਸ਼ਿਸ਼ ਕੀਤਾ, ਜੋ ਮਨ ਨੇ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਕਾਰਜ ਕਰਨੇ ਸਨ, ਉਹਨਾਂ ਕਾਰਜਾਂ ਨੂੰ ਸਮਝੇ ਬਿਨਾਂ ਹੀ ਮਨੁੱਖ ਆਪਣਾ ਜੀਵਨ ਜੀ ਰਿਹਾ ਸੀ। ਸਤਿਗੁਰੂ ਜੀ ਨੇ ਉਹਨਾਂ ਉਪਦੇਸ਼ਾਂ ਦੇ ਵਿੱਚੋਂ ਗੁਰੂ ਦੇ ਜੋ ਸਿੱਖਿਆ ਹੈ ਉਹ ਅੱਜ ਸਾਡੇ ਨਾਲ ਸਾਂਝੀ ਕੀਤੀ ਹੈ, ਜਿਹਦੇ ਵਿੱਚ ਮੇਰੇ ਪਾਤਸ਼ਾਹ ਜੀ ਨੇ ਅੱਜ ਸੋਰਠ ਰਾਗ ਦਾ ਸ਼ਬਦ ਆਪ ਜੀ ਨੇ ਸਾਂਝਾ ਕੀਤਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਮਨ ਰੇ ਗਹਿਓ ਨਾ ਗੁਰ ਉਪਦੇਸ਼। ਹੇ ਮੇਰੇ ਮਨ, ਤੂੰ ਗੁਰੂ ਦੇ ਉਪਦੇਸ਼ ਨੂੰ ਫੜਿਆ ਨਹੀਂ, ਉਸ ਨੂੰ ਧਾਰਨ ਨਹੀਂ ਕੀਤਾ, ਉਸ ਨੂੰ ਆਪਣੇ ਜੀਵਨ ਦਾ ਆਧਾਰ ਨਹੀਂ ਬਣਾਇਆ। ਸਤਿਗੁਰੂ ਜੀ ਨੇ ਮਨ ਨੂੰ ਸੰਬੋਧਨ ਕਰਕੇ ਤੇ ਉਸ ਪ੍ਰਭੂ ਪਰਮਾਤਮਾ ਪਰਮੇਸ਼ਵਰ ਅਕਾਲ ਪੁਰਖ ਦੇ ਜਿਹੜੇ ਗੁਣ ਹਨ ਉਹਨਾਂ ਮਨ ਦੇ ਵਿੱਚ ਸਾਂਝੇ ਕਰਨ ਦਾ ਜੋ ਅੱਜ ਪ੍ਰਯੋਜਨ ਸਾਡੇ ਨਾਲ ਸਾਂਝਾ ਕੀਤਾ। ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਦਾ ਜਦੋਂ ਅਸੀਂ ਜੀਵਨ ਵੇਖ ਰਹੇ ਹਾਂ ਨਾ, ਤੇ ਅਸੀਂ ਪਿਛਲੇ ਦੀਵਾਨ ਦੇ ਵਿੱਚ ਵੇਖਿਆ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਭਾਈ ਮੱਖਣ ਸ਼ਾਹ ਲੁਬਾਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉਸ ਵੇਲੇ ਦੇ ਸਮੇਂ ਦੇ ਵਿੱਚ ਜਿੱਥੇ ਅਸੀਂ ਗੁਰੂ ਲਾਧੋ ਰੇ ਦਾ ਅਸੀਂ ਉਹਨਾਂ ਦੇ ਜੀਵਨ ਦਾ ਇਹ ਅੰਗ ਵੇਖਿਆ ਸੀ। ਸਤਿਗੁਰ ਸੱਚੇ ਪਾਤਸ਼ਾਹ ਬਾਬਾ ਬਕਾਲਾ ਦੀ ਧਰਤੀ 'ਤੇ ਨੇ, ਅਤੇ ਸਤਿਗੁਰੂ ਜੀ ਉਸ ਵੇਲੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਪ੍ਰਚਾਰ ਫੇਰੀਆਂ ਵੀ ਕਰਦੇ ਨੇ। ਥੋੜ੍ਹਾ ਜਿਹਾ ਇਤਿਹਾਸ ਨੂੰ ਜਾਣਨ ਦਾ ਯਤਨ ਕਰਨਾ ਕਿ ਸਤਿਗੁਰੂ ਜੀ ਜਿੱਥੇ ਆਪ ਦੌਰੇ ਕਰਦੇ ਨੇ, ਉੱਥੇ ਆਪ ਪ੍ਰਚਾਰ ਕਰ ਰਹੇ ਨੇ, ਜਿੱਥੇ ਉੱਥੇ ਸਤਿਗੁਰ ਸੱਚੇ ਪਾਤਸ਼ਾਹ ਮਨੁੱਖਤਾ ਦੇ ਵਿੱਚ ਜਿਹੜੇ ਆਮ ਲੋਕਾਈ ਦੇ ਵਿੱਚ ਭਰਮ ਹਨ, ਭੁਲੇਖੇ ਹਨ, ਵਹਿਮ ਹਨ, ਉਹਨਾਂ ਨੂੰ ਵੀ ਨਾਲ ਨਾਲ ਸਤਿਗੁਰੂ ਜੀ ਨੇ ਹੂੰਝ ਕੇ ਬਾਹਰ ਕੱਢਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕੁਝ ਸਮਾਂ ਹੋਰ ਬਾਬਾ ਬਕਾਲਾ ਟਿਕੇ ਨੇ। ਇੱਥੇ ਉਹਨਾਂ ਦੇ ਨਾਲ ਬਹੁਤ ਸਾਰੇ ਸਿੱਖ ਅਤੇ ਸਾਥੀ ਜੋ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਾਫਲੇ ਦੇ ਰੂਪ ਦੇ ਵਿੱਚ ਸਨ, ਇਹਨਾਂ ਦੇ ਨਾਲ ਸਨ। ਇੱਕ ਸਮਾਂ ਆਇਆ ਜਿਹੜੇ ਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਜੀਵਨ ਤੋਂ ਈਰਖਾ ਕਰਦੇ ਸਨ, ਜਿਹੜੇ ਇਹ ਚਾਹੁੰਦੇ ਸਨ ਕਿ ਸਾਨੂੰ ਗੁਰਤਾ ਗੱਦੀਆਂ ਪ੍ਰਾਪਤ ਹੋਏ, ਧੀਰਮਲ ਉਹਨਾਂ ਦੇ ਵਿੱਚ ਸਭ ਤੋਂ ਮੋਹਰੀ ਸੀ। ਜਦੋਂ ਇਸ ਇੱਕ ਦਿਨ ਸਮਾਂ ਵੇਖਿਆ, ਉਸ ਸਮੇਂ ਨੂੰ ਉਹਨਾਂ ਨੇ ਇਸਤੇਮਾਲ ਵਿੱਚ ਲਿਆਂਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਤੇ ਆਪਣੇ ਇੱਕ ਮਸੰਦ ਸ਼ੀਹੇ ਮਸੰਦ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਤੇ ਗੋਲੀ ਵੀ ਚਲਵਾ ਦਿੱਤੀ। ਕਿਉਂਕਿ ਲਾਲਚ ਦੀ ਕੋਈ ਸੀਮਾ ਨਹੀਂ ਹੁੰਦੀ, ਅਹੰਕਾਰ ਦੀ ਕੋਈ ਸੀਮਾ ਨਹੀਂ ਹੁੰਦੀ। ਸਤਿਗੁਰੂ ਜੀ ਤੇ ਗੋਲੀ ਚਲਵਾਈ। ਅਕਾਲ ਪੁਰਖ ਦਾ ਸ਼ੁਕਰ ਕਿ ਉਹ ਜਿਹੜੀ ਗੋਲੀ ਸੀ ਉਹ ਖੱਬੀ ਬਾਂਹ ਨੂੰ ਛੂੰਹਦੀ ਹੋਈ ਨਿਕਲ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜੋ ਉਸ ਵੇਲੇ ਸਾਜੋ ਸਮਾਨ ਸੀ ਗੁਰੂ ਘਰ ਦੇ ਅੰਦਰ, ਉਹ ਸਭ ਕੁਝ ਉੱਥੋਂ ਚੱਕ ਕੇ ਲੈ ਜਾਂਦੇ। ਨਾਲ ਦੀ ਨਾਲ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਵੀ ਚਲਾ ਜਾਂਦਾ ਹੈ। ਜਿਸ ਵੇਲੇ ਬਾਬਾ ਮੱਖਣ ਸ਼ਾਹ ਲਵਾਣਾ ਜਿਸ ਵੇਲੇ ਉਸ ਜਗ੍ਹਾ 'ਤੇ ਆਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਇਸ ਗ੍ਰਹਿ ਨੂੰ ਵੇਖਿਆ, ਤੇ ਉਹਨਾਂ ਨੇ ਆਪਣੇ 500 ਘੋੜ ਸਵਾਰ ਨਾਲ ਲੈ ਕੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜੋ ਸਾਜੋ ਸਮਾਨ ਉਹ ਧੀਰਮਲ ਲੈ ਕੇ ਗਿਆ ਸੀ, ਉਸ ਤੋਂ ਵਾਪਸ ਲੈ ਕੇ ਤੇ ਨਰੜ ਕੇ ਬੰਨ੍ਹ ਕੇ ਸਿੰਘਾਂ ਮਸੰਦ ਨੂੰ ਤੇ ਸਤਿਗੁਰੂ ਜੀ ਦੇ ਅੱਗੇ ਪੇਸ਼ ਕੀਤਾ ਧੀਰਮਲ ਨੂੰ। ਕਹਿਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ ਦੱਸੋ ਕੀ ਸਲੂਕ ਇਹਨਾਂ ਦੇ ਨਾਲ ਕਰਨਾ। ਪਰ ਨਿਰਮਾਨਤਾ ਦੀ ਮੂਰਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬੜੇ ਪਿਆਰ ਦੇ ਨਾਲ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਭੈ ਕਾਹੂ ਕੋ ਦੇਤਨਾ ਨੈ ਭੈ ਮਾਨਤ ਆਨ, ਇਹ ਉਪਦੇਸ਼ ਦੁਨੀਆ ਦੇ ਲੋਕਾਂ ਨਾਲ ਸਾਂਝਾ ਕਰ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਇਹਨਾਂ ਨੂੰ ਜੋ ਚਾਹੀਦਾ ਉਹ ਦੇ ਦਿਓ, ਕੋਈ ਗੱਲ ਨਹੀਂ। ਜੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਵਰ 'ਤੇ ਅਸੀਂ ਭਰੋਸਾ ਰੱਖਦੇ ਹਾਂ ਤੇ ਸਾਨੂੰ ਇਹ ਸਭ ਕੁਝ ਪ੍ਰਾਪਤ ਹੋਏਗਾ। ਸਤਿਗੁਰੂ ਜੀ ਨੇ ਉਹ ਧਨ ਮੋੜ ਦਿੱਤਾ ਵਾਪਸ, ਤੇ ਜਿਹੜਾ ਗ੍ਰੰਥ ਸੀ ਉਸ ਵੇਲੇ ਅਜੇ ਗੁਰੂ ਦੀ ਪਦਵੀ ਨਹੀਂ ਸੀ ਮਿਲੀ, ਉਸ ਗੁਰੂ ਗ੍ਰੰਥ ਸਾਹਿਬ ਨੂੰ ਵੀ ਇਹਨਾਂ ਨੇ ਵਾਪਸ ਮੋੜ ਦਿੱਤਾ ਤੇ ਨਾਲ ਉਹਨਾਂ ਨੂੰ ਖਿਮਾ ਕੀਤਾ। ਕਹਿੰਦੇ ਜਾਓ ਆਪਣੀ ਜ਼ਿੰਦਗੀ ਜੀਓ। ਧੀਰਮਲ ਮੂੰਹ ਦੀ ਖਾ ਕੇ ਉੱਥੋਂ ਵਾਪਸ ਆ ਜਾਂਦਾ। ਮੈਂ ਥੋੜ੍ਹਾ ਇਤਿਹਾਸ ਨੂੰ ਹੋਰ ਅੱਗੇ ਲੈ ਕੇ ਚੱਲਦਾ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਜੋ ਜੀਵਨ ਯਾਤਰਾ ਸਾਡੇ ਨਾਲ ਸਾਂਝੀ ਕੀਤੀ, ਜਾਂ ਅਸੀਂ ਉਹਨਾਂ ਦੀ ਜੀਵਨ ਕਿਤਾਬਾਂ ਦੇ ਵਿੱਚੋਂ, ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਪੜ੍ਹਦੇ ਹਾਂ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵੇਲੇ ਇੱਕ ਵੱਡਾ ਕਾਫਲਾ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਨੇ ਕੀਰਤਪੁਰ ਸਾਹਿਬ ਆਏ ਨੇ। ਕਿਉਂਕਿ ਕੀਰਤਪੁਰ ਇੱਕ ਐਸੀ ਧਰਤੀ ਸੀ
ਜਿੱਥੇ 3 ਗੁਰੂ ਸਾਹਿਬਾਨ ਨੇ ਦਾ ਇੱਕ ਸੈਂਟਰ ਰਿਹਾ ਸੀ। ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਲੈ ਕੇ ਗੁਰੂ ਹਰ ਰਾਏ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ, ਇਹ 3 ਪਾਤਸ਼ਾਹੀਆਂ ਕੀਰਤਪੁਰ ਸਾਹਿਬ ਦੇ ਵਿੱਚ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਦਰਸ਼ਨ ਕਰਕੇ ਉੱਥੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਵਾਪਸ ਨਾਲ ਕਾਫਲਾ ਲੈ ਕੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਆਉਂਦੇ ਨੇ। ਤੇ ਗੁਰੂ ਪਿਆਰ ਵਾਲਿਓ, ਉੱਥੇ ਵੀ ਅੱਗੇ ਮਸੰਦਾਂ ਦੇ ਨਾਲ ਹੀ ਮੁਲਾਕਾਤ ਹੁੰਦੀ ਹੈ। ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਖਬਰ ਸਰਵਣ ਕੀਤੀ ਹੈ ਤੇ ਉਹਨਾਂ ਮੁਖੀ ਮਸੰਦਾਂ ਦੇ ਵਿੱਚੋਂ ਮਿਹਰਬਾਨ ਦਾ ਜਿਹੜਾ ਪੁੱਤਰ, ਜਿਹਨੂੰ ਹਰ ਰਾਏ ਕਿਹਾ ਜਾਂਦਾ ਸੀ, ਜਿਸ ਨੂੰ ਹਰ ਜੀ ਕਿਹਾ ਜਾਂਦਾ ਸੀ, ਉਹ ਹਰ ਜੀ ਮੇਨ ਮੁੱਖ ਮਸੰਦ ਸੀ। ਉਹਨਾਂ ਨੇ ਗੁਰੂ ਘਰ ਦੇ ਜਿਹੜੇ ਦਰਵਾਜ਼ੇ ਸਨ ਉਹ ਬੰਦ ਕਰ ਦਿੱਤੇ, ਜਿੰਦੇ ਲਾ ਦਿੱਤੇ ਤੇ ਆਪ ਉੱਥੋਂ ਅਗਾਂਹ ਪਿੱਛਾਂ ਚਲੇ ਜਾਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿੱਥੇ ਅਕਾਲ ਤਖਤ ਸਾਹਿਬ ਦੀ ਅੱਜ ਇਮਾਰਤ ਹੈ, ਉਸ ਦੇ ਨਾਲ ਇੱਕ ਥੜਾ ਸਾਹਿਬ ਬਣਿਆ ਹੋਇਆ ਹੈ। ਸਤਿਗੁਰੂ ਜੀ ਕੁਝ ਸਮਾਂ ਉੱਥੇ ਬੈਠੇ ਸੰਗਤਾਂ ਨੇ ਦਰਸ਼ਨ ਦਿਦਾਰੇ ਦਿੱਤੇ ਨੇ। ਉੱਥੇ ਸਤਿਗੁਰੂ ਜੀ ਦੇ ਕੋਲ ਕਾਫੀ ਸੰਗਤਾਂ ਦਰਸ਼ਨ ਦੇ ਲਈ ਆਉਂਦੀਆਂ ਨੇ ਤੇ ਕੁਝ ਸਮੇਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਉੱਥੇ ਹੀ ਉੱਥੋਂ 4 ਕਿਲੋਮੀਟਰ ਦੀ ਦੂਰੀ ਦੇ ਉੱਤੇ ਪਿੰਡ ਵੱਲੇ ਦੀ ਇੱਕ ਬੀਬੀ ਹਰੋ, ਜਿਸ ਦਾ ਨਾਂ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਅਸੀਂ ਪੜ੍ਹਦੇ ਹਾਂ, ਬੇਨਤੀ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਆਓ ਸਾਡੇ ਨਗਰ ਦੇ ਵਿੱਚ। ਤੇ ਸਤਿਗੁਰ ਸੱਚੇ ਪਾਤਸ਼ਾਹ ਸਮੇਤ ਸੰਗਤਾਂ ਦਾ ਵੱਡਾ ਇਕੱਠ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਮੁਖੀ ਸਿੱਖ ਸਨ ਉਹ ਸਾਰੇ ਨਾਲ ਜਾਂਦੇ ਨੇ ਤੇ ਪਿੰਡ ਵੱਲੇ ਦੇ ਵਿੱਚ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਠਿਕਾਣਾ ਕੀਤਾ। ਜਦੋਂ ਪਤਾ ਲੱਗਾ ਮਸੰਦਾਂ ਨੂੰ ਕਿ ਸਤਿਗੁਰ ਚਲੇ ਗਏ ਨੇ ਤੇ ਹੁਣ ਸੰਗਤਾਂ ਜਿਹੜੀਆਂ ਨੇ ਉਹਨਾਂ ਦੀ ਵਿਰੋਧਤਾ ਕਰਨ ਤੇ ਉਤਰ ਆਈਆਂ ਨੇ। ਫਿਰ ਸੰਗਤਾਂ ਨੂੰ ਭਰਮਾਉਣ ਦੇ ਲਈ, ਉਹਨਾਂ ਦੀ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਉਹ ਮਾਫੀ ਮੰਗਦੇ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਮਨਾਉਣ ਦਾ ਯਤਨ ਕਰਦੇ ਨੇ। ਸਤਿਗੁਰੂ ਜੀ ਨੇ ਉੱਥੇ ਇਤਿਹਾਸ ਦੇ ਅਸੀਂ ਬੋਲ ਪੜ੍ਹਦੇ ਹਾਂ, ਜਿਹਦੇ ਵਿੱਚ ਅਸੀਂ ਇਹ ਕਹਿੰਦੇ ਹਾਂ, ਕਈ ਵਾਰ ਭੁਲੇਖੇ ਬਸ ਅਸੀਂ ਇਹ ਗੱਲ ਕਹਿ ਜਾਂਦੇ ਹਾਂ ਕਿ ਸਤਿਗੁਰੂ ਜੀ ਨੇ ਉਹਨਾਂ ਨੂੰ ਸ਼ਰਾਫ ਦਿੱਤਾ ਸੀ। ਭਲਿਓ ਗੁਰੂ ਨਾਨਕ ਦੇ ਘਰ ਵਿੱਚ ਸ਼ਰਾਫ ਨਹੀਂ ਹੈ। ਇਹ ਤਾਂ ਭਲਿਓ ਅਨਮਤੀਆਂ ਦੀ ਗੱਲ ਹੋ ਸਕਦੀ ਹੈ, ਪਰ ਗੁਰੂ ਨਾਨਕ ਦੇ ਘਰ ਵਿੱਚ ਜਿਹੜੀ ਗੱਲ ਕੀਤੀ ਜਾਂਦੀ ਹੈ ਉੱਥੇ ਵਾਰ ਸ਼ਰਾਫ ਦੀ ਕੋਈ ਜਗ੍ਹਾ ਨਹੀਂ ਹੈ। ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਹਿਣ ਲੱਗੇ, ਭਲਿਓ ਤੁਸੀਂ ਤ੍ਰਿਸ਼ਨਾ ਦੀ ਅਗਨ ਦੇ ਵਿੱਚ ਸੜ ਰਹੇ ਹੋ। ਹੋਣਾ ਤੇ ਤੁਸੀਂ ਗੁਰੂ ਨਾਨਕ ਦੇ ਘਰ ਦੇ ਮਸੰਦ ਹੋ, ਗੁਰੂ ਨਾਨਕ ਦੇ ਘਰ ਦੇ ਪ੍ਰਚਾਰਕ ਹੋ, ਗੁਰੂ ਨਾਨਕ ਵਿਚਾਰਧਾਰਾ ਨੂੰ ਦੁਨੀਆ ਨਾਲ ਸਾਂਝਾ ਕਰ ਰਹੇ ਹੋ। ਤੇ ਜਿਹੜਾ ਗੁਰੂ ਨਾਨਕ ਵਿਚਾਰਧਾਰਾ ਨੂੰ ਦੁਨੀਆ ਨਾਲ ਸਾਂਝਾ ਕਰਦਾ ਹੋਵੇ, ਉਸ ਦੇ ਅੰਦਰ ਤ੍ਰਿਸ਼ਨਾ ਹੋਵੇ, ਉਸ ਦੇ ਅੰਦਰ ਇਤਨੀ ਨਫ਼ਰਤ ਹੋਵੇ, ਉਸ ਦੇ ਅੰਦਰ ਇਤਨਾ ਲੋਭ ਹੋਵੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉਹ ਇਤਿਹਾਸਿਕ ਬੋਲ ਅਸੀਂ ਜਨਮ ਸਾਖੀਆਂ ਦੇ ਵਿੱਚੋਂ ਵੀ ਪੜ੍ਹਦੇ ਹਾਂ, ਅਸੀਂ ਆਮ ਗ੍ਰੰਥਾਂ ਦੇ ਪੁਰਾਤਨ ਗ੍ਰੰਥਾਂ ਦੇ ਵਿੱਚ ਵੀ ਪੜ੍ਹਦੇ ਹਾਂ। ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਕਹਿੰਦੇ ਤੁਸੀਂ ਤੇ ਭਲਿਓ ਮਸੰਦ ਨਹੀਂ ਹੋ, ਉਹ ਮਸੰਦ ਨਹੀਂ ਹੋ ਜਿਨ੍ਹਾਂ ਦੇ ਅੰਦਰ ਅੰਮ੍ਰਿਤ ਹੈ, ਜਿਨ੍ਹਾਂ ਦੇ ਅੰਦਰ ਤੁਹਾਡੇ ਅੰਦਰ ਤੇ ਈਰਖਾ ਭਰੀ ਹੋਈ ਹੈ। ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ, ਤੁਸੀਂ ਤੇ ਤ੍ਰਿਸ਼ਨਾ ਦੀ ਅੱਗ ਵਿੱਚ ਸੜਨ ਵਾਲੇ ਹੋ। ਤੁਸੀਂ ਅੰਮ੍ਰਿਤਸਰੀ ਕਿੱਥੋਂ ਬਣ ਗਏ? ਅੰਮ੍ਰਿਤਸਰ ਤੋਂ ਭਾਵ ਹੁੰਦਾ ਕਿ ਜਿਸ ਦੇ ਅੰਦਰ ਅੰਮ੍ਰਿਤ ਲੱਭੋ ਲੱਭ ਭਰਿਆ ਹੋਵੇ, ਜਿਸ ਦੇ ਅੰਦਰ ਪਿਆਰ ਹੋਵੇ, ਜਿਸ ਦੇ ਅੰਦਰ ਨਫ਼ਰਤ ਹੋਵੇ, ਈਰਖਾ ਹੋਵੇ, ਜਿਸ ਦੇ ਅੰਦਰ ਜੈਲਸੀ ਹੋਵੇ, ਭਲਿਓ ਉਹ ਅੰਮ੍ਰਿਤਸਰੀਆ ਕਦੇ ਵੀ ਨਹੀਂ ਹੋ ਸਕਦਾ। ਸਤਿਗੁਰੂ ਜੀ ਨੇ ਇਹ ਉਹਨਾਂ ਨੂੰ ਜਦੋਂ ਇਹ ਵਿਚਾਰ ਦੱਸੀ, ਇਹ ਸ਼ੀਸ਼ਾ ਦੱਸਿਆ ਤੇ ਉਹ ਮਸੰਦ ਵਾਪਸ ਆ ਜਾਂਦੇ ਨੇ। ਮੈਂ ਇਤਿਹਾਸ ਦੇ ਪੰਨੇ ਬੜੇ ਨੇੜੇ ਤੁਹਾਡੇ ਨਾਲ ਕਰਦਾ ਜਾਵਾਂ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਜੀਵਨ ਵਰਤਾਂਤ ਆਪਾਂ ਸਾਂਝਾ ਕਰ ਰਹੇ ਹਾਂ। ਸਤਿਗੁਰੂ ਜੀ ਦੇ ਜੀਵਨ ਦੀ ਯਾਤਰਾ ਅਸੀਂ ਵੇਖ ਰਹੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਸ ਵੇਲੇ ਮਾਝੇ ਦੇ ਇਲਾਕੇ ਦੇ ਵਿੱਚ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਮਾਲਵੇ ਦੇ ਇਲਾਕੇ ਦੇ ਵਿੱਚ ਸਤਿਗੁਰੂ ਜੀ ਨੇ ਬਹੁਤ ਵੱਡੀਆਂ ਪ੍ਰਚਾਰ ਫੇਰੀਆਂ ਕੀਤੀਆਂ ਨੇ। ਪ੍ਰਚਾਰ ਫੇਰੀਆਂ ਕਰਦਿਆਂ ਹੀ ਜਿੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਵਟਾਂਦਰੇ ਹੁੰਦੇ ਨੇ, ਗੋਸ਼ਟੀਆਂ ਹੁੰਦੀਆਂ ਨੇ, ਗੁਰੂ ਨਾਨਕ ਦੇ ਘਰ ਦੇ ਨੂੰ ਫਲ ਲੱਗਦੇ ਨੇ। ਲਗਾਤਾਰ ਜਿਹੜੇ ਕਦੇ ਸ਼੍ਰੀ ਚੰਦ ਬਾਬਾ ਸ਼੍ਰੀ ਚੰਦ ਦੇ ਨਾਲ ਲੱਗ ਕੇ ਤੇ ਜਿਹੜੇ ਧੂਣੇ ਬਾਲਣ ਵਾਲੇ ਸਨ, ਜਿਨ੍ਹਾਂ ਨੇ ਮੂੰਡ ਮੰਡਾ ਕੇ ਰੱਖੇ ਹੋਏ ਸਨ, ਜਿਸ ਵੇਲੇ ਇਹ ਵਿਚਾਰਾਂ ਉਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਨਾਨਕ ਦੀ ਬਗੀਚੀ, ਗੁਰੂ ਨਾਨਕ ਦੀ ਸਿੱਖੀ ਦਾ ਇਹ ਜਿਹੜਾ ਬੂਟਾ ਹੈ ਵੱਡਾ ਹੁੰਦਾ ਹੈ। ਇੱਕ ਵੱਡਾ ਕਾਫਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਣਦਾ ਜਾਂਦਾ। ਜੋ ਸ਼ਬਦ ਮੈਂ ਆਪ ਨਾਲ ਸਾਂਝਾ ਕੀਤਾ ਸੀ ਨਾ, ਉਸ ਸ਼ਬਦ ਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਵਿਚਾਰ ਵਟਾਂਦਰੇ ਕੀਤੇ। ਉਹਨਾਂ ਲੋਕਾਂ ਦੇ ਨਾਲ ਜਿਹੜੇ ਕਦੇ ਬਾਬਾ ਗੁਰਦਿੱਤਾ ਜੀ ਨੇ, ਜਿਨ੍ਹਾਂ ਨੂੰ ਮੋੜ ਕੇ ਵਾਪਸ ਗੁਰੂ ਨਾਨਕ ਦੇ ਘਰ ਲਿਆਂਦਾ ਸੀ, ਲੇਕਿਨ ਅੰਦਰ ਅਜੇ ਵੀ ਉਹ ਭਾਵਨਾਵਾਂ ਜਿਹੜੀਆਂ ਕਦੇ ਬਾਬਾ ਸ਼੍ਰੀ ਚੰਦ ਨੇ ਜੋ ਇੱਕ ਵੱਖਰਾ ਰਾਹ ਫੜ ਲਿਆ ਸੀ, ਉਹ ਸਾਰੀਆਂ ਭਾਵਨਾਵਾਂ ਉਹਨਾਂ ਦੇ ਅੰਦਰ ਸਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਨਾਲ ਵਿਚਾਰ ਵਟਾਂਦਰੇ ਤੇ ਗੋਸ਼ਟੀਆਂ ਕਰਦੇ ਨੇ। ਕਹਿਣ ਲੱਗੇ, ਭਲਿਓ ਇਹ ਬਾਹਰੀ ਰੂਪ ਤੁਸੀਂ ਬਣਾ ਕੇ ਬੈਠੇ ਹੋਏ ਹੋ,
ਇਹ ਵਾਰੀ ਰੂਪ ਧਰਮ ਦੇ ਚਿੰਨ੍ਹ ਹੋ ਸਕਦੇ ਨੇ, ਨਿਸ਼ਾਨੀਆਂ ਹੋ ਸਕਦੀਆਂ ਨੇ, ਪਰ ਅਸਲ ਧਰਮ ਇਹਨਾਂ ਵਿੱਚ ਨਹੀਂ ਹੈ। ਅਸਲ ਧਰਮ ਤੇ ਮਨੁੱਖ ਦੇ ਜੀਵਨ ਦੇ ਵਿੱਚ, ਉਹਦੇ ਕਿਰਦਾਰ ਦੇ ਵਿੱਚ ਹੋਣਾ ਚਾਹੀਦਾ। ਅਸਲ ਧਰਮ ਮਨੁੱਖੀ ਕਰਮ ਦੇ ਵਿੱਚ ਹੋਣਾ ਚਾਹੀਦਾ। ਅਸਲ ਧਰਮ ਮਨੁੱਖ ਦੇ ਜੀਵਨ ਦੇ ਵਿੱਚੋਂ ਲੱਭਣਾ ਚਾਹੀਦਾ, ਨਾ ਕਿ ਬਾਹਰੀ ਤੌਰ ਦੇ ਉੱਤੇ ਜਿਹੜੇ ਅਸੀਂ ਲਿਬਾਸ ਧਾਰਨ ਕਰਨੇ ਆ ਉਹਦੇ ਵਿੱਚੋਂ ਧਰਮ ਲੱਭਣਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਪਦੇਸ਼ ਦਿੰਦਿਆਂ ਇਹ ਗੱਲ ਕਹੀ ਸੀ, ਕਹਿਣ ਲੱਗੇ, ਮਨ ਰੇ ਗਹਿਓ ਨਾ ਗੁਰ ਉਪਦੇਸ਼। ਹੇ ਮੇਰੇ ਮਨ, ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਤੇ ਜੀਵਨ ਦੇ ਵਿੱਚ ਤੂੰ ਪ੍ਰਭੂ ਦੀ ਸਿੱਖਿਆ ਤੇ ਭਲਿਆ ਜੀਵਨ ਦੇ ਵਿੱਚ ਧਾਰਨ ਕੀਤੀ ਨਹੀਂ ਹੈ। ਤੂੰ ਉਸ ਪਾਸੇ ਆਪਣਾ ਜੀਵਨ ਹੀ ਨਹੀਂ ਲੈ ਕੇ ਗਿਆ। ਤੇ ਕਹਿੰਦੇ ਕੀ ਹੋਇਆ? ਕਹਾਂ ਪਇਓ ਜੋ ਮੁੰਡ ਮੁੰਡਾਇਓ, ਭਗਵੋ ਕੀਨੋ ਬੇਸ। ਕੀ ਹੋਇਆ ਭਲਿਓ? ਸਿਰ ਮੁੰਡਾ ਕੇ ਬਹਿ ਗਿਆ, ਪਿੰਡੇ ਦੇ ਉੱਤੇ ਸਵਾ ਮਲ ਲਈ ਹੈ, ਭਗਵੇਂ ਕੱਪੜੇ ਪਾ ਲਏ ਨੇ ਤੂੰ ਕਹਿੰਦਾ ਮੈਂ ਧਰਮੀ ਬਣ ਗਿਆ। ਜੀਵਨ ਦੇ ਵਿੱਚ ਤੇ ਪ੍ਰਭੂ ਪਰਮਾਤਮਾ ਪਰਮੇਸ਼ਵਰ ਦੇ ਗੁਣ, ਸਤ, ਸੰਤੋਖ, ਦਇਆ, ਧਰਮ, ਧੀਰਜ ਦੇ ਨਾਲ ਤੇ ਤੇਰਾ ਪਾਲਾ ਹੀ ਨਹੀਂ ਪਿਆ, ਤੇਰਾ ਵਾਸਤਾ ਹੀ ਨਹੀਂ ਬਣ ਸਕਿਆ। ਕੇਵਲ ਬਾਹਰੀ ਤੌਰ ਦੇ ਉੱਤੇ ਤੂੰ ਆਪਣਾ ਇਹ ਜੀਵਨ ਬਣਾ ਲਿਆ ਤੂੰ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਇਹ ਵਿਚਾਰਾਂ ਉਹਨਾਂ ਨਾਲ ਸਾਂਝੀਆਂ ਕੀਤੀਆਂ, ਬਹੁਤ ਵੱਡਾ ਕਾਫਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਉਸ ਵੇਲੇ ਉਹਨਾਂ ਦੇ ਨਾਲ ਚੱਲਣਾ ਸ਼ੁਰੂ ਹੋ ਜਾਂਦਾ ਹੈ। ਮੈਂ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਮਹਿੰਦਰ ਸਿੰਘ ਜੋਸ਼ ਹੋਰਾਂ ਨੂੰ ਪੜ੍ਹ ਰਿਹਾ ਸੀ। ਬੜੇ ਭਾਈ ਮਹਿੰਦਰ ਸਿੰਘ ਜੀ ਨੇ ਬੜੇ ਕੀਮਤੀ ਖੋਜ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਜੀਵਨ ਲਿਖਿਆ। ਉਹ ਕਹਿੰਦੇ ਨੇ ਉਸ ਵੇਲੇ 30,000 ਦੇ ਕਰੀਬ ਦੀ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਮਾਝੇ ਤੇ ਮਾਲਵੇ ਦੇ ਇਲਾਕੇ ਦੇ ਵਿੱਚ ਸਤਿਗੁਰੂ ਜੀ ਦੇ ਨਾਲ ਹਮੇਸ਼ਾ ਹੀ ਤੁਰਿਆ ਕਰਦੀ ਸੀ। ਜਿੱਧਰ ਸਤਿਗੁਰੂ ਸੱਚੇ ਪਾਤਸ਼ਾਹ ਜਾਂਦੇ ਨੇ, ਸਤਿਗੁਰੂ ਜੀ ਦੇ ਨਾਲ ਇਹ ਵੱਡੇ ਕਾਫਲੇ ਤੁਰਦੇ ਨੇ। ਇਤਿਹਾਸ ਦੇ ਵਿੱਚੋਂ ਜਦੋਂ ਅਸੀਂ ਪੜ੍ਹਦੇ ਅੱਗੇ ਆਉਂਦੇ ਹਾਂ ਤੇ ਜ਼ਿਕਰ ਆਉਂਦਾ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਂਗਰ ਦੇਸ਼ ਵੱਲ ਵੀ ਸਤਿਗੁਰੂ ਸੱਚੇ ਪਾਤਸ਼ਾਹ ਆਏ ਨੇ, ਜਿੱਥੇ ਉਹਨਾਂ ਨੇ ਜ਼ਿਲ੍ਹਾ ਕਰਨਾਲ, ਰੋਹਤਕ, ਹਿਸਾਰ, ਇਹਨਾਂ ਇਲਾਕਿਆਂ ਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਚਾਰ ਸਮੇਂ ਭਾਈ ਦੱਗਾ, ਭਾਈ ਸਿੰਘਾਂ, ਇਹ ਸਾਰੇ ਹੀ ਗੁਰੂ ਦੇ ਸਿੱਖ ਭਾਈ ਫੇਰੂ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਹਨ। ਮੈਂ ਇਤਿਹਾਸ ਦਾ ਪੰਨਾ ਸਾਂਝਾ ਕਰਦਾ ਜਾਵਾਂ ਕਿ ਧੰਤਾਨ ਦਾ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਪ੍ਰਚਾਰ ਸੈਂਟਰ, ਗੁਰਮਤਿ ਸੈਂਟਰ ਤੇ ਸਤਿਗੁਰੂ ਜੀ ਨੇ ਇੱਕ ਕੇਂਦਰ ਬਣਾਉਣ ਦਾ ਯਤਨ ਕੀਤਾ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਸਭ ਤੋਂ ਵੱਡੀ ਫਰਿਆਦ ਲੈ ਕੇ ਗੁਰੂ ਨਾਨਕ ਦਾ ਅਨੰਨ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਇਆ, ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਅਸੀਂ ਨਾਂ ਭਾਈ ਦੱਗੋ ਪੜ੍ਹਦੇ ਹਾਂ। ਉਹ ਸਤਿਗੁਰੂ ਸੱਚੇ ਪਾਤਸ਼ਾਹ ਬੜਾ ਧਨਾਟ ਵਿਅਕਤੀ ਹੈ ਉਸ ਇਲਾਕੇ ਦੇ ਵਿੱਚ। ਉਸਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੇਸ਼ਕਾਰੀ ਦਿੱਤੀ, ਕਹਿਣ ਲੱਗੇ ਸਤਿਗੁਰੂ ਜੀਓ ਇੱਥੇ ਸਰੋਵਰ ਬਣਾਓ, ਇੱਥੇ ਗੁਰਮਤਿ ਦਾ ਇੱਕ ਸੈਂਟਰ ਬਣਾਓ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਜਗ੍ਹਾ ਨੂੰ ਧਮਧਾਨ ਨੂੰ, ਜਿਸ ਵੇਲੇ ਸਤਿਗੁਰੂ ਜੀ ਨੇ ਧਮਧਾਨ ਨੂੰ ਕੇਂਦਰ ਬਣਾਇਆ, ਉਹ ਭਾਈ ਦੱਗੋ ਉਸ ਦਾ ਮੁੱਖ ਪ੍ਰਚਾਰਕ ਬਣਿਆ, ਕਿਉਂਕਿ ਬੜਾ ਰਸੂਖ ਵਾਲਾ ਔਰ ਬੜਾ ਚੜ੍ਹਦੀਆਂ ਕਲਾ ਵਾਲਾ ਬੰਦਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਦਾ ਸਿੱਖ ਬਣਿਆ ਸੀ, ਉਸੇ ਦੇ ਨਗਰ ਦਾ ਰਹਿਣ ਵਾਲਾ ਸੀ, ਜਿਹਨੂੰ ਭਾਈ ਮੀਆਂ ਕਰਕੇ ਕਹਿੰਦੇ ਨੇ। ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਲਕ ਬਖਸ਼ਿਆ, ਕਦੇ ਉਹ ਸਾਧਾਂ ਦੇ ਟੋਲੇ ਵਿੱਚ ਜਾਇਆ ਕਰਦਾ ਸੀ। ਜਿਸ ਦਿਨ ਗੁਰੂ ਨਾਨਕ ਦੀ ਫਲਸਫੇ ਤੋਂ ਪ੍ਰਭਾਵਿਤ ਹੋਇਆ ਤੇ ਗੁਰੂ ਦੇ ਜਿਸ ਵੇਲੇ ਜਿੱਥੇ ਵੀ ਪ੍ਰਚਾਰ ਫੇਰੀ ਹੁੰਦੀ ਹੈ ਉੱਥੇ ਜਲ ਦੀ ਸੇਵਾ ਕਰਦਾ। ਰਾਹ ਦੇ ਵਿੱਚ ਖੇ ਨਾ ਉੱਡੇ, ਮਿੱਟੀ ਨਾ ਉੱਡੇ, ਮਸਕ ਦੇ ਵਿੱਚ ਪਾਣੀ ਭਰ ਕੇ ਤੇ ਅੱਗੇ ਉਹ ਪਾਣੀ ਚਲਾਉਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾ ਬਖਸ਼ਿਸ਼ ਕਰ ਦਿੱਤਾ, ਕਹਿੰਦੇ ਭਲਿਆ ਤੂੰ ਤੇ ਭਾਈ ਮੀਆਂ ਹੈ, ਤੂੰ ਤੇ ਮੀਂਹ ਵਰਸਾ ਰਿਹਾ ਹੈ। ਇਹ ਸੇਵਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਉਸ ਵੇਲੇ ਉੱਥੋਂ ਦੇ ਮੁਖੀ ਸਿੱਖ ਕਰ ਰਹੇ ਸਨ। ਪਰ ਗੁਰੂ ਪਿਆਰ ਵਾਲਿਓ, ਜਦੋਂ ਵੀ ਗੁਰੂ ਨਾਨਕ ਦੇ ਘਰ ਦੀ ਬੜ੍ਹਤ ਹੋਈ ਹੈ, ਜਦੋਂ ਵੀ ਗੁਰੂ ਨਾਨਕ ਦਾ ਘਰ ਅੱਗੇ ਨੂੰ ਗਿਆ ਹੈ ਤੇ ਉੱਥੇ ਮਨੁੱਖਤਾ ਨੂੰ ਪ੍ਰਭੂ ਪਰਮਾਤਮਾ ਪਰਮੇਸ਼ਵਰ ਦੇ ਨਾਲ ਜੋੜਨ ਦਾ ਯਤਨ ਕੀਤਾ। ਜਿਹੜੇ ਧਰਮ ਦੇ ਮੁਖੀ ਲੋਕ ਸਨ, ਸਭ ਤੋਂ ਵੱਡੀ ਤਕਲੀਫ ਉਹਨਾਂ ਲੋਕਾਂ ਨੂੰ ਹੋਈ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਇਹ ਸ਼ਿਕਾਇਤਾਂ ਸਰਕਾਰੇ ਦਰਬਾਰੇ ਹੋਣੀਆਂ ਸ਼ੁਰੂ ਹੋ ਗਈਆਂ ਨੇ। ਔਰੰਗਜ਼ੇਬ ਤੱਕ ਇਹ ਸ਼ਿਕਾਇਤ ਪੁੱਜੀ ਹੈ ਕਿ ਗੁਰੂ ਨਾਨਕ ਦੀ ਜਿਹੜੀ ਨੌਵੀਂ ਜੋਤ ਹੈ, ਜੋ ਗੁਰੂ ਨਾਨਕ ਦਾ ਨੌਵਾਂ ਘਰ ਹੈ, ਉਹ ਇੱਕ ਬਹੁਤ ਵੱਡਾ ਕਾਫਲਾ ਤਿਆਰ ਕਰ ਰਿਹਾ, ਬੜਾ ਪ੍ਰਚਾਰ ਕਰ ਰਿਹਾ। ਔਰ ਹੁਕਮ ਹੋ ਜਾਂਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕੀਤਾ ਜਾਏ। ਇਹ ਅੱਗੇ ਜਾ ਕੇ ਮੈਂ ਆਪ ਜੀ ਦੇ ਨਾਲ ਇਹ ਵੱਖਰਾ ਚੈਪਟਰ ਸਤਿਗੁਰੂ ਜੀ ਦੀਆਂ ਗ੍ਰਿਫਤਾਰੀਆਂ ਦਾ ਸਾਂਝਾ ਕਰਾਂਗਾ। ਲੇਕਿਨ ਅੱਜ ਅਸੀਂ ਇਸ ਜੋ ਸਤਿਗੁਰੂ ਜੀ ਨੇ ਪ੍ਰਚਾਰ ਕੀਤੇ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕੀਤੇ, ਇਸ ਦਾਇਰੇ ਵਿੱਚ ਰਹਿ ਕੇ ਅਸੀਂ ਵਿਚਾਰ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜਿਸ ਵੇਲੇ ਉਸ ਧਮਧਾਨ ਨਗਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਚਾਰ ਕਰ ਰਹੇ ਸਨ, ਬਾਂਗਰ ਦੇਸ਼ ਦੇ ਵਿੱਚ ਪ੍ਰਚਾਰ ਕਰ ਰਹੇ ਸਨ,
ਤੇ ਸਤਿਗੁਰੂ ਜੀ ਨੂੰ ਇੱਕ ਖਬਰ ਮਿਲੀ ਕਿ ਜਿਹੜੇ ਬਿਲਾਸਪੁਰ ਦੀ ਰਾਣੀ ਚੰਪਾ ਸੀ ਉਹ ਗੁਰੂ ਨਾਨਕ ਦੇ ਘਰ ਦੀ ਬੜੀ ਵੱਡੀ ਸ਼ਰਧਾਲੂ ਸੀ। ਉਹਦਾ ਇੱਕ ਕਾਰਨ ਸੀ ਬਹੁਤ ਵੱਡਾ। ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ, ਕੁਝ ਗੱਲਾਂ ਸਾਨੂੰ ਜਾਣਨੀਆਂ ਬੜੀ ਜ਼ਰੂਰੀ ਹੁੰਦੀਆਂ ਨੇ। ਕੀਰਤਪੁਰ ਸਾਹਿਬ ਗੁਰੂ ਨਾਨਕ ਦੇ ਘਰ ਦੀ ਸਿੱਖੀ ਦਾ ਇੱਕ ਵੱਡਾ ਸੈਂਟਰ ਰਿਹਾ। 3 ਗੁਰੂ ਸਾਹਿਬਾਨ ਨੇ ਉਸ ਜਗ੍ਹਾ ਦੇ ਉੱਤੋਂ ਆਪਣੇ ਜੀਵਨ ਕਾਲ, ਆਪਣੀ ਪ੍ਰਚਾਰ ਫੇਰੀਆਂ, ਆਪਣਾ ਇੱਕ ਮੁੱਖ ਧੁਰਾ ਬਣਾ ਕੇ ਉਸ ਨੂੰ ਵਰਤਿਆ। ਉਸ ਕੀਰਤਪੁਰ ਦੀ ਜਿਹੜੀ ਜਗ੍ਹਾ ਸੀ ਨਾ, ਉਹ ਉਸ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ, ਜਦੋਂ ਸਤਿਗੁਰ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਸਨ ਤੇ ਉਹਨਾਂ ਦੇ ਨਾਲ ਜਦੋਂ 52 ਰਾਜੇ ਜਦੋਂ ਰਿਹਾ ਕੀਤੇ ਗਏ ਨਾ, ਉਹਨਾਂ ਨੂੰ ਛੁਡਵਾਇਆ ਗਿਆ ਹੈ। ਉਹਨਾਂ ਦੇ ਵਿੱਚੋਂ ਬਿਲਾਸਪੁਰ ਦਾ ਜਿਹੜਾ ਰਾਜਾ ਉਸ ਵੇਲੇ ਕਲਿਆਣ ਸੀ, ਕਲਿਆਣ ਚੰਦ, ਜਿਹੜਾ ਉਸ ਵੇਲੇ ਜਿਹਦਾ ਨਾਂ ਇਤਿਹਾਸ ਦੇ ਪੰਨਿਆਂ ਵਿੱਚ ਲਿਖਿਆ ਹੈ, ਉਹ ਰਾਜਾ ਜਿਹੜਾ ਕਲਿਆਣ ਚੰਦ ਸੀ, ਉਸਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਇਹ ਜਗ੍ਹਾ ਕੀਰਤਪੁਰ ਵਾਲੀ ਪੇਸ਼ ਕੀਤੀ ਸੀ। ਫਿਰ ਉਸ ਤੋਂ ਬਾਅਦ ਗੁਰੂ ਨਾਨਕ ਦੇ ਘਰ ਦੀ ਸ਼ਰਧਾਲੂ, ਉਸਦੀ ਜਿਹੜੀ ਜਿਤਨੀ ਵੀ ਅਗਲੀਆਂ ਉਮਤਾਂ ਸਨ, ਉਹ ਗੁਰੂ ਨਾਨਕ ਦੇ ਘਰ ਦੀਆਂ ਸ਼ਰਧਾਲੂ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਕੀਰਤਪੁਰ ਦੇ ਵਿੱਚ ਇਹ ਸਥਾਨ ਬਣੇ ਤੇ ਉਹਨਾਂ ਦੇ ਜਿਹੜੇ ਅੱਗੇ ਜਾ ਕੇ ਜਿਹੜੀ ਉਹਨਾਂ ਦੀ ਪੁਸ਼ਤ ਆਈ, ਜਿਹਨੂੰ ਰਾਜਾ ਦੀਪ ਚੰਦ ਕਹਿੰਦੇ ਨੇ, ਤੇ ਦੀਪ ਚੰਦ ਜਿਹੜੇ ਸਨ, ਜਿਨ੍ਹਾਂ ਦੀ ਘਰ ਵਾਲੀ, ਜਿਨ੍ਹਾਂ ਨਾਂ ਰਾਣੀ ਚੰਪਾ ਸੀ, ਜਿਸ ਦਿਨ ਦੀਪ ਚੰਦ ਦਾ ਦੇਹਾਂਤ ਹੋਇਆ, ਇਸ ਸੰਸਾਰ ਦੇ ਵਿੱਚੋਂ ਗਿਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਖਬਰ ਮਿਲੀ। ਸਤਿਗੁਰੂ ਜੀ ਉਸ ਨਗਰ ਦੇ ਵਿੱਚ ਗਏ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਉੱਥੇ ਗਏ ਤੇ ਰਾਣੀ ਥੋੜ੍ਹੇ ਸਮੇਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਪ੍ਰਾਰਥਨਾ ਲੈ ਕੇ ਆਈ, ਇੱਕ ਬੇਨਤੀ ਲੈ ਕੇ, ਇੱਕ ਅਰਦਾਸ ਲੈ ਕੇ ਆਈ ਕਿ ਸਤਿਗੁਰੂ ਸੱਚੇ ਪਾਤਸ਼ਾਹ, ਮੈਂ ਸੁਣਿਆ ਕਿ ਧਮਧਾਨ ਦੇ ਇਲਾਕੇ ਦੇ ਵਿੱਚ ਤੁਸੀਂ ਇੱਕ ਬਹੁਤ ਵੱਡਾ ਪ੍ਰਚਾਰ ਕੇਂਦਰ ਸ਼ੁਰੂ ਕਰ ਰਹੇ ਹੋ। ਤੁਸੀਂ ਕੀਰਤਪੁਰ ਤੋਂ ਇਹ ਸ਼ਾਇਦ ਕੇਂਦਰ ਆਪਣਾ ਸ਼ਿਫਟ ਕਰੋਗੇ ਤੇ ਇਹ ਨਾ ਹੋਏ ਕਿ ਸਾਡਾ ਇਹ ਇਲਾਕਾ ਬੇਰੌਣਕਾ ਹੋ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਧਰਵਾਸ ਰੱਖੋ, ਗੁਰੂ ਦੇ ਸ਼ਬਦ ਨਾਲ ਜੁੜੋ। ਜੇ ਸਰੀਰ ਨਾਲ ਅਸੀਂ ਜੁੜਨਾ ਕਰਾਂਗੇ ਤੇ ਭਲਿਓ ਵਿਛੋੜਾ ਪੈਣਾ ਹੀ ਪੈਣਾ। ਜੇ ਸ਼ਬਦ ਸਾਡੇ ਜੀਵਨ ਦੇ ਵਿੱਚ ਹੋਏਗਾ, ਕਦੇ ਵਿਛੋੜਾ ਨਹੀਂ ਆ ਸਕਦਾ। ਪਰ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਬੇਨਤੀ ਕੀਤੀ, ਸਤਿਗੁਰੂ ਜੀ ਨੇ ਬੇਨਤੀ ਪ੍ਰਵਾਨ ਕੀਤੀ। ਰਾਣੀ ਚੰਪਾ ਨੇ ਜਿਹੜੀ ਮਾਖੋਵਾਲ ਦੀ ਧਰਤੀ, ਜਿੱਥੇ ਅੱਜ ਅਨੰਦਪੁਰ ਸਾਹਿਬ ਸੁਸ਼ੋਭਿਤ ਹਨ, ਉਸ ਧਰਤੀ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੇਸ਼ਕਾਰੀ ਦਿੱਤੀ ਕਿ ਇਸ ਜਗ੍ਹਾ ਦੇ ਉੱਤੇ ਇੱਕ ਨਗਰ ਬਸਾਓ, ਇੱਕ ਕੇਂਦਰ ਬਣਾਓ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਦਰਗਾ, ਭਾਈ ਫੇਰੂ, ਮੁਖੀ ਸਿੱਖਾਂ ਨੂੰ ਭੇਜ ਕੇ ਉਸ ਜਗ੍ਹਾ ਦਾ ਜਾਇਜ਼ਾ ਲਿਆ ਤੇ ਫਿਰ ਮੁੱਲ ਤਾਰ ਕੇ ਉਸ ਰਾਣੀ ਚੰਪਾ ਦੇ ਕੋਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਮਾਖੋਵਾਲ ਦੀ ਧਰਤੀ ਲਈ ਤੇ ਇੱਥੇ ਆਨੰਦਪੁਰ ਨਗਰ ਦੀ ਉਸਾਰੀ ਕੀਤੀ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਜਿੱਥੇ ਅੱਜ ਆਨੰਦਪੁਰ ਸਾਹਿਬ ਵਸਿਆ ਹੋਇਆ, ਇਹ ਸਤਿਗੁਰੂ ਜੀ ਨੇ ਆਪ ਆਪਣੇ ਹੱਥੀਂ ਉਹ ਬਿਲਾਸਪੁਰ ਦੀ ਜਿਹੜੀ ਰਾਣੀ ਚੰਪਾ ਸੀ, ਉਸ ਦੇ ਕੋਲੋਂ ਇਹ ਜਗ੍ਹਾ ਲੈ ਕੇ ਤੇ ਇੱਥੇ ਇੱਕ ਮੁਖੀ ਕੇਂਦਰ ਬਣਾ ਦਿੱਤਾ, ਜਿਸ ਕੇਂਦਰ ਦੀਆਂ ਅਗਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਵਿਚਾਰਾਂ ਸਾਂਝੀਆਂ ਕਰਨੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਸ ਨੂੰ ਵੀ ਇਹ ਉਪਦੇਸ਼ ਦੇ ਰਹੇ ਨੇ ਕਿ ਭਲਿਆ ਮਨ ਨੂੰ ਤੂੰ ਆਪਣੇ ਪ੍ਰਭੂ ਪਰਮਾਤਮਾ ਪਰਮੇਸ਼ਵਰ ਦੇ ਗੁਣਾਂ ਦੇ ਨਾਲ ਸਰਸ਼ਾਰ ਕਰ, ਤੇ ਜੇ ਨਹੀਂ ਸਰਸ਼ਾਰ ਹੋ ਰਿਹਾ ਤਾਂ ਭਲਿਆ ਤੂੰ ਬਾਹਰੀ ਧਰਮ ਦੇ ਜਿਤਨੇ ਮਰਜ਼ੀ ਅੰਗ ਬਣਾ ਕੇ ਬਹਿ ਜਾ, ਜੀਵਨ ਦੇ ਵਿੱਚ ਧਰਮੀ ਤੂੰ ਨਹੀਂ ਕਹਾ ਸਕਦਾ। ਦੇਖਣ ਨੂੰ ਧਰਮੀ ਹੋਵੇਗਾ, ਧਰਮੀ ਬਣਨਾ ਬੜਾ ਔਖਾ ਹੈ। ਤੇ ਸਤਿਗੁਰੂ ਪਾਤਸ਼ਾਹ ਫਿਰ ਅਗਲੀ ਪੰਕਤੀ 'ਚ ਕਹਿੰਦੇ ਨੇ, ਦਰਅਸਲ ਭਲਿਆ ਬਾਹਰੀ ਤੌਰ ਦੇ ਉੱਤੇ ਤੂੰ ਧਰਮ ਦਾ ਜਿਤਨਾ ਮਰਜ਼ੀ ਨਿਕਾਬ ਚੜਾ, ਜੇ ਅੰਦਰ ਇਹ ਗੱਲਾਂ ਨਹੀਂ ਹੋਣਗੀਆਂ ਤੇ ਧਰਮੀ ਬਣਨਾ ਬੜਾ ਔਖਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਸਾਚ ਛਾੜ ਕੇ, ਉਹ ਭਲਿਆ ਸੱਚ ਛੱਡ ਦਿੱਤਾ ਤੂੰ, ਸੱਚ ਛੱਡ ਕੇ ਝੂਠੇ ਲਾਗਿਓ, ਝੂਠ ਦੇ ਨਾਲ ਸੰਬੰਧ ਬਣਾ ਲਿਆ। ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਸੱਚ ਨੂੰ ਤੂੰ ਦਰਕਨਾਰ ਕੀਤਾ ਤੇ ਝੂਠ ਦੇ ਨਾਲ ਸੰਬੰਧ ਬਣਾਉਂਦਾ ਰਿਹਾ। ਜਨਮ ਅਕਾਰਥ ਖੋਇਓ, ਕੀ ਹੋਇਆ ਭਲਿਆ, ਬੇਕਾਰ ਚਲਾ ਗਿਆ ਤੇਰਾ ਇਹ ਮਨੁੱਖਾ ਜਨਮ। ਤੇ ਫਿਰ ਤੂੰ ਜੀਵਨ ਕਿਸ ਤਰ੍ਹਾਂ ਬਤੀਤ ਕਰਦਾ ਰਿਹਾ। ਕਰ ਪਰਪੰਚ ਉਦਰ ਨਿਜ ਖੋ ਪੋਖਿਓ, ਪਰਪੰਚ ਕਰਕੇ ਇਸ ਪੇਟ ਪੂਰਤੀ ਵਾਸਤੇ ਹੀ ਤੂੰ ਆਪਣਾ ਜੀਵਨ ਚਲਾ ਰਿਹਾ ਸੀ। ਪਸ਼ ਕੀ ਨਿਆਈ ਸੋਇਓ, ਜਿਸ ਤਰ੍ਹਾਂ ਪਸ਼ੂ ਹੁੰਦਾ ਨਾ, ਪੇਟ ਭਰਿਓ ਪਸ਼ੂ ਆਜੂ ਸੋਇਓ, ਮਨੁੱਖ ਜਨਮ ਹੈ ਹਾਰਿਓ। ਬਸ ਪਸ਼ੂ ਨੂੰ ਖਾਣ ਨੂੰ ਲੱਭ ਗਿਆ, ਪੀਣ ਨੂੰ ਲੱਭ ਗਿਆ। ਪਸ਼ੂ ਦੀ ਜ਼ਿੰਦਗੀ ਦਾ ਇਤਨਾ ਹੀ ਮਕਸਦ ਹੁੰਦਾ। ਬੰਦਿਆ ਜੇ ਵੀ ਤੂੰ ਆਪਣੇ ਜੀਵਨ ਦਾ ਇਹੋ ਹੀ ਮਕਸਦ ਬਣਾ ਲਿਆ ਕਿ ਮੇਰੇ ਜੀਵਨ ਦੇ ਵਿੱਚ ਵੀ ਖਾਣ ਪੀਣ ਰਹਿਣ ਸਹਿਣ ਲੱਭ ਜਾਏ, ਮੈਂ ਰੱਬ ਪਰਮਾਤਮਾ ਪਰਮੇਸ਼ਵਰ ਦੇ ਗੁਣਾਂ ਨਾਲ ਸਾਂਝ ਨਾ ਪਾ, ਉਸ ਨੂੰ ਯਾਦ ਨਾ ਕਰਾਂ, ਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਭਲਿਆ ਜੀਵਨ ਜਨਮ ਤੇਰਾ ਵਿਅਰਥਾ ਜਾ ਰਿਹਾ,
ਫਿਰ ਸਤਿਗੁਰ ਸੱਚੇ ਪਾਤਸ਼ਾਹ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਨੇ, ਰਾਮ ਭਜਨ ਕੀ ਗਤ ਨਹੀਂ ਜਾਨੀ, ਮਾਇਆ ਹਾਥ ਬਿਕਾਨਾ। ਰਾਮ ਭਜਨ ਕੀ ਗਤ ਨਹੀਂ ਜਾਨੀ, ਮਾਇਆ ਦੇ ਹੱਥੀਂ ਵਿਕਦਾ ਰਿਹਾ ਭਲਿਆ। ਕਦੇ ਮਾਇਆ ਕਰਕੇ ਆਪਣਾ ਜੀਵਨ, ਕਦੇ ਕਿਤੇ ਵੀ ਤੂੰ ਆਪਣਾ ਇਹ ਜੀਵਨ ਜਿਹੜਾ ਸੀ ਨਾ ਆਪਣਾ ਵਿਅਰਥ ਹੀ ਗਵਾਉਂਦਾ ਰਿਹਾ। ਮਾਇਆ ਹਾਥ ਬਿਕਾਨਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਉਰਜ ਰਹਿਓ ਵਿਖੀਅਨ ਸੰਗ ਬੋਰਾ। ਹੇ ਬੋਰੇ ਬੰਦਿਆ, ਤੂੰ ਤੇ ਭਲਿਆ ਵਿਸ਼ਿਆਂ ਵਿਕਾਰਾਂ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਲਿਆ ਹੈ। ਨਾਮ ਰਤਨ ਬਿਸਰਾਨਾ। ਨਾਮ ਰਤਨ ਹੀਰੇ ਜੈਸਾ ਇਹ ਜਨਮ ਸੀ ਨਾ ਭਲਿਆ, ਇਸ ਨੂੰ ਤੂੰ ਵਿਸਾਰ ਦਿੱਤਾ। ਪ੍ਰਭੂ ਪਰਮਾਤਮਾ ਪਰਮੇਸ਼ਵਰ ਦਾ ਨਾਮ ਵਿਸਾਰ ਦਿੱਤਾ। ਰਹਿਓ ਅਚੇਤ ਨ ਚੇਤੋ ਗੋਬਿੰਦ, ਬਿਰਥਾ ਓਦ ਸਿਰਾਨੀ। ਰਹਿਓ ਅਚੇਤ, ਭਲਿਆ ਅਚੇਤਤਾ ਦੇ ਵਿੱਚ ਹੀ, ਅਵੇਸਲੇਪਨ ਵਿੱਚ ਹੀ ਆਪਣਾ ਜੀਵਨ ਕੱਢ ਦਿੱਤਾ। ਨਾ ਚੇਤਿਓ ਗੋਬਿੰਦ, ਉਸ ਰੱਬ ਪਰਮਾਤਮਾ ਪਰਮੇਸ਼ਵਰ ਨੂੰ ਯਾਦ ਨਹੀਂ ਕੀਤਾ। ਬਿਰਥਾ ਓਦ ਸਿਰਾਨੀ, ਇਸ ਤਰ੍ਹਾਂ ਹੀ ਤੂੰ ਆਪਣੀ ਉਮਰ ਕੱਢ ਦਿੱਤੀ ਭਲਿਆ। ਅਖੀਰ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨਿਰਣਾ ਦੇ ਕੇ ਇੱਕ ਅਰਦਾਸ ਉਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਵਰ ਦੇ ਵਿੱਚ ਕਰਦੇ ਨੇ, ਕਹੋ ਨਾਨਕ ਹਰ ਬਿਰਦ ਪਛਾਨੋ, ਭੂਲੇ ਸਦਾ ਪ੍ਰਾਨੀ। ਹੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਵਰ, ਤੁਸੀਂ ਆਪਣੇ ਬਿਰਦ ਦੀ ਲਾਜ ਰੱਖੋ। ਬੰਦਾ ਤੇ ਖਿਨ ਖਿਨ ਭੁੱਲਣ ਹਾਰ ਹੈ, ਅਸੀਂ ਤੇ ਭੁੱਲਦੇ ਹਾਂ ਮਾਲਕ ਜੀ, ਪਰ ਤੁਹਾਡਾ ਬਿਰਦ ਹੈ ਮਾਫ ਕਰਨਾ। ਅਖੀਰ ਦੇ ਵਿੱਚ ਮੈਂ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਕੇ ਖਿਮਾ ਦਾ ਜਾਚਕ ਹੋਵਾਂ। ਈਰਾਨ ਦੇ ਇੱਕ ਸੂਫੀ ਸੰਤ ਨੇ ਬੜੀ ਕੀਮਤੀ ਗੱਲ ਲਿਖੀ ਹੈ। ਉਹ ਕਹਿੰਦਾ, ਹੇ ਖੁਦਾ, ਜੇ ਤੂੰ ਮੈਨੂੰ 50 ਸਾਲ 60 ਸਾਲ 70 ਸਾਲ 100 ਸਾਲ ਵੀ ਜ਼ਿੰਦਗੀ ਦੇਵੇਂਗਾ, ਮੈਂ ਗੁਨਾਹ ਕਰਾਂਗਾ। ਮੈਂ ਜਿਤਨੀ ਵੀ ਮੈਨੂੰ ਜ਼ਿੰਦਗੀ ਮਿਲੇਗੀ ਮੈਂ ਗੁਨਾਹ ਕਰਾਂਗਾ। ਪਰ ਕਹਿਣ ਲੱਗੇ, ਮੇਰੇ 100 ਸਾਲ ਦੇ ਗੁਨਾਹ ਜਦੋਂ ਇੱਕ ਤਰਾਜੂ ਵਿੱਚ ਰੱਖੇ ਜਾਣਗੇ, ਤੇਰੀ ਇੱਕ ਖਿੰਨ ਦੀ ਜਿਹੜੀ ਰਹਿਮਤ ਹੈ ਜਦੋਂ ਦੂਜੇ ਤਰਾਜੂ ਵਿੱਚ ਆਵੇਗੀ, ਮੇਰੇ 100 ਸਾਲ ਦੇ ਗੁਨਾਹ ਜਿਹੜੇ ਨੇ ਉਹ ਘੱਟ ਹੋ ਜਾਣਗੇ, ਤੇਰੀ ਰਹਿਮਤ ਵੱਡੀ ਹੋਵੇਗੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਨਾਮ ਦੀ ਮੋਹਰ ਲਾ ਕੇ ਇਸ ਸ਼ਬਦ ਦੀ ਜਿਹੜੀ ਸਮਾਪਤੀ ਇੱਥੇ ਕਰਦੇ ਨੇ। ਕਹਿਣ ਲੱਗੇ, ਕਹੋ ਨਾਨਕ ਹਰ ਬਿਰਦ ਪਛਾਨੋ। ਹੇ ਮਾਲਕ ਸੱਚੇ ਪਾਤਸ਼ਾਹ, ਤੁਹਾਡਾ ਵਿਰਦ ਹੈ, ਅਸੀਂ ਤੇ ਭੁੱਲਣ ਹਾਰ ਹਾਂ। ਭੂਲੇ ਸਦਾ ਪ੍ਰਾਨੀ, ਬੰਦਾ ਤੇ ਭੁੱਲਣ ਹਾਰ ਹੈ। ਸਾਨੂੰ ਜੀਵਾਂ ਨੂੰ ਮਾਫ ਕਰੋ। ਕਲਯੁਗੀ ਜੀਵ ਹਾਂ ਅਸੀਂ, ਆਪਣਾ ਜੀਵਨ ਮਾਇਆ ਦੇ ਹੱਥ ਬਕਾ ਕੇ ਆਪਣਾ ਜੀਵਨ ਵਿਕਾਰਾਂ ਦੇ ਵਿੱਚ ਕੱਢ ਰਹੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ, ਆਪਣੇ ਨਾਲ ਜੋੜੋ। ਇਹ ਅਕਾਲ ਪੁਰਖ ਪਰਮਾਤਮਾ ਪਰਮੇਸ਼ਵਰ ਦੇ ਚਰਨਾਂ ਵਿੱਚ ਅਰਦਾਸ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਅੱਜ ਦੱਸੀ ਸਾਨੂੰ ਕਿ ਜੀਵਨ ਦਾ ਮਨੋਰਥ ਸਤਿਗੁਰ ਸੱਚੇ ਪਾਤਸ਼ਾਹ ਕੇਵਲ ਧਰਮੀ ਦਿਖਣਾ ਨਹੀਂ ਹੈ, ਧਰਮੀ ਬਣਨਾ ਹੈ। ਸੋ ਇਤਨੀ ਬੇਨਤੀ ਪ੍ਰਵਾਨ ਕਰਨੀ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।